ਕਰਹਿ ਭਗਤ ਆਤਮ ਕੈ ਚਾਏ। ਪ੍ਰਭ ਆਪਣੇ ਸਿਉ ਰਹਿ ਸਮਾਏ। ਬਾਣੀ ਦਾ ਉਪਦੇਸ਼ ਹੈ ਕਿ ਸਾਡਾ ਉਸ ਮਾਲਕ ਦੇ ਵਿੱਚ ਨਿਵਾਸ ਹੋ ਜਾਵੇ, ਕਿਉਂਕਿ ਸਾਹਿਬ ਜੀ ਬਾਣੀ ਵਿੱਚ ਆਖਦੇ ਆ, ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੁੜਿਆ। ਮੇਲੇ ਪ੍ਰਭੂ ਹਰ ਦਰਗਹਿ ਕਾ ਬਸੀਠ। ਸਤਿਗੁਰ ਦਾ ਮਨੋਰਥ ਕੀ ਹੈ? ਸਤਿਗੁਰ ਦਾ ਫਰਜ਼ ਹੈ, ਮਨੋਰਥ ਲੈ ਕੇ ਆਏ ਹਨ ਕਿ ਤੁਸੀਂ ਉਸ ਮਾਲਕ ਨਾਲੋਂ ਵਿਛੜੇ ਹੋ ਤੇ ਤੁਹਾਨੂੰ ਉਸ ਮਾਲਕ ਦੇ ਨਾਲ, ਪਿਤਾ ਪਰਮੇਸ਼ਰ ਦੇ ਨਾਲ ਦੁਬਾਰਾ ਮਿਲਾਉਣਾ ਹੈ। ਇਸ ਲਈ ਤੁਹਾਨੂੰ ਉਹਦੇ ਵਿੱਚ ਅਭੇਦ ਕਰਨ ਵਾਸਤੇ, ਤੁਹਾਨੂੰ ਉਹਦੇ ਨਾਲ ਮਿਲਾਉਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਆਏ। ਸਾਹਿਬ ਨੇ 10 ਸਰੀਰ ਧਾਰਨ ਕੀਤੇ, 10 ਜਾਮਿਆਂ ਦੇ ਵਿੱਚ ਸਾਡੇ ਵਿੱਚ ਵਰਤਦੇ ਰਹੇ। ਹੁਣ ਸਾਨੂੰ ਆਪਣਾ ਉਪਦੇਸ਼ ਲਿਖ ਕੇ ਦੇ ਕੇ ਗਏ ਹਨ ਤੇ ਸਾਹਿਬ ਜੀ ਆਖਦੇ ਆ ਕਿ ਜਦੋਂ ਅਸੀਂ ਸਤਿਗੁਰ ਦੇ ਉਪਦੇਸ਼ ਨੂੰ, ਜੋ ਸਾਨੂੰ ਲਿਖ ਕੇ ਦੇ ਕੇ ਗਏ ਹਨ, ਜੇ ਅਸੀਂ ਇਸ ਉਪਦੇਸ਼ ਨੂੰ ਗੁਰੂ ਮੰਨ ਕੇ ਤੇ ਗੁਰੂ ਬਾਣੀ ਦਾ ਬਚਨ ਮੰਨੀਏ, ਕਮਾਈਏ, ਫਿਰ ਸਾਡਾ ਉਸ ਸਤਿਗੁਰ ਦੇ ਨਾਲ, ਉਸ ਮਾਲਕ ਦੇ ਨਾਲ ਮਿਲਾਪ ਹੋਵੇਗਾ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪ੍ਰਤੱਖ ਗੁਰੂ ਨਿਸਤਾਰੇ। ਸਾਡੇ ਕੋਲ ਸਤਿਗੁਰ ਦਾ ਉਪਦੇਸ਼ ਹੈ, ਪਰ ਸਾਨੂੰ ਸਤਿਗੁਰ ਦਾ ਮਿਲਾਪ ਨਹੀਂ ਹੋਇਆ। ਸਤਿਗੁਰੂ ਪ੍ਰਤੱਖ ਰੂਪ ਦੇ ਵਿੱਚ ਸਾਡੇ ਅੰਦਰ ਬੈਠੇ ਹਨ। ਗੁਰ ਸਿੱਖਾਂ ਅੰਦਰ ਸਤਿਗੁਰੂ ਵਰਤੈ। ਸਤਿਗੁਰੂ ਸਾਡੇ ਅੰਦਰ ਹਨ, ਸ਼ਬਦ ਰੂਪ ਹੋ ਕੇ ਸਾਡੇ ਵਿੱਚ ਬੈਠੇ ਹਨ ਤੇ ਉਹ ਪ੍ਰਤੱਖ ਹਨ, ਸਾਡੇ ਵਿੱਚ ਹਨ। ਤੇ ਅਸੀਂ ਉਸ ਸਤਿਗੁਰ ਦੀ ਪ੍ਰਾਪਤੀ ਕਰਨੀ ਹੈ। ਅਸੀਂ ਗੁਰੂ ਦੀ ਸ਼ਰਨ ਲੈ ਲਈ ਹੈ। ਗੁਰੂ ਦੇ ਉਪਦੇਸ਼ ਨੂੰ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ। ਤੇ ਜੇ ਹੁਣ ਮੰਨ ਲਈਏ ਗੁਰਬਾਣੀ ਕਹੈ ਸੇਵਕ ਜਨ ਮਾਨੈ, ਜੋ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਜਿਸ ਨੂੰ ਆਪਾਂ ਬਾਣੀ ਗੁਰੂ ਆਖਦੇ ਹਾਂ, ਜੇ ਆਪਾਂ ਬਾਣੀ ਗੁਰੂ ਨੂੰ ਪੜ੍ਹਦੇ ਹਾਂ, ਇਹਦਾ ਜਾਪ ਕਰਦੇ ਹਾਂ ਹਫ਼ਤਾਵਾਰੀ, ਤੇ ਜੇ ਅਸੀਂ ਬਾਣੀ ਦੀ ਗੱਲ ਮੰਨ ਲਈਏ, ਬਾਣੀ ਦੀ ਗੱਲ ਮੰਨ ਕੇ ਤੇ ਨਾਮ ਨਾਲ ਜੁੜੀਏ, ਤੇ ਫਿਰ ਸਾਨੂੰ ਪ੍ਰਤੱਖ ਗੁਰੂ ਨਿਸਤਾਰੇ, ਜੋ ਸਾਡੇ ਮਸਤਕ ਦੇ ਉੱਪਰ ਸਾਡਾ ਸਤਿਗੁਰੂ ਬੈਠਾ ਹੈ, ਸਾਡਾ ਉਹਦੇ ਨਾਲ ਮਿਲਾਪ ਹੋਵੇਗਾ। ਜਦੋਂ ਸਤਿਗੁਰ ਦੇ ਨਾਲ ਸਾਡਾ ਮਿਲਾਪ ਹੋਵੇਗਾ ਤੇ ਅੰਦਰ ਬੈਠਾ ਸਤਿਗੁਰੂ ਸਾਨੂੰ ਉਸ ਮਾਲਕ ਦੇ ਨਾਲ ਮਿਲਾ ਦੇਵੇਗਾ। ਅੰਦਰ ਜੋ ਸਤਿਗੁਰੂ ਸਾਡੇ ਬੈਠਾ ਹੈ, ਉਹ ਬਸ ਉਹੀ ਸਾਧਨ ਹੈ। ਉਹਦੀ ਸਹਾਇਤਾ ਤੋਂ ਬਿਨਾਂ ਅਸੀਂ ਉਸ ਮਾਲਕ ਪਰਮੇਸ਼ਰ ਪਿਤਾ ਨੂੰ ਪਾ ਨਹੀਂ ਸਕਦੇ। ਕਿਉਂਕਿ ਬਾਬਾ ਫਰੀਦ ਜੀ ਦਾ ਕਥਨ ਹੈ, ਫਰੀਦਾ ਗਲਗੇ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ। ਬਾਬਾ ਫਰੀਦ ਜੀ ਆਖਦੇ ਹਨ ਕਿ ਜਦੋਂ ਤੁਸੀਂ ਮਾਲਕ ਦੇ ਘਰ ਜਾਓਗੇ ਤੇ ਮਾਇਆ ਨੇ ਐਡਾ ਜਾਲ ਪਾਇਆ ਹੈ ਅੰਦਰ, ਤੁਸੀਂ ਮਾਇਆ ਦੇ ਜਾਲ ਵਿੱਚੋਂ ਨਿਕਲ ਨਹੀਂ ਸਕਦੇ। ਤੇ ਜੇ ਤੁਹਾਡੇ ਨਾਲ ਸੱਜਣ ਸਤਿਗੁਰੂ ਹੋਵੇਗਾ, ਸੱਜਣ ਸਤਿਗੁਰੂ ਤੁਹਾਨੂੰ ਬਹੁਤ ਆਸਾਨ ਅਤੇ ਸਹਿਜ ਤਰੀਕੇ ਦੇ ਨਾਲ ਮਾਲਕ ਦੇ ਘਰ ਸੱਚਖੰਡ ਲੈ ਜਾਵੇਗਾ।
ਕਿਉਂਕਿ ਭਾਈ ਗੁਰਦਾਸ ਜੀ ਆਖਦੇ ਹਨ ਕਿ ਗੁਰੂ ਨਾਨਕ ਨੇ ਇਹ ਗਾਡੀ ਰਾਹ ਚਲਾਇਆ ਹੈ। ਗਾਡੀ ਰਾਹ ਆਖਦੇ ਹਨ ਕਿ ਬਹੁਤ ਸੌਖਾ ਰਸਤਾ ਹੈ, ਬਹੁਤ। ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਔਖਾਈ ਨਹੀਂ, ਕੋਈ ਤੰਗੀ ਨਹੀਂ, ਸਰੀਰ ਨੂੰ ਕੋਈ ਦੁੱਖ ਦੇਣ ਦੀ ਲੋੜ ਨਹੀਂ ਹੈ, ਕੋਈ ਕਸ਼ਟ ਨਹੀਂ ਦੇਣਾ ਸਰੀਰ ਨੂੰ। ਬਹੁਤ ਆਸਾਨ ਸੌਖੇ ਤਰੀਕੇ ਦੇ ਨਾਲ ਇਸ ਮਾਰਗ 'ਤੇ ਚੱਲ ਕੇ ਨਾਮ ਜਪ ਕੇ ਅਸੀਂ ਘਰ ਬੈਠੇ ਉਸ ਮਾਲਕ ਦੀ ਪ੍ਰਾਪਤੀ ਕਰ ਸਕਦੇ ਹਾਂ। ਇਸ ਲਈ ਸਾਹਿਬ ਆਖਦੇ ਆ ਕਿ ਮਾਲਕ ਦੀ ਪ੍ਰਾਪਤੀ ਤੇ ਸਤਿਗੁਰ ਨੂੰ ਪਾਉਣ ਵਾਸਤੇ, ਉਹਦੀ ਪ੍ਰਾਪਤੀ ਵਾਸਤੇ ਸਾਨੂੰ ਭਗਤੀ ਕਰਨੀ ਪਵੇਗੀ। ਪਰ ਭਗਤੀ ਕਰੀਏ ਕਿਸ ਤਰ੍ਹਾਂ? ਸਾਹਿਬ ਜੀ ਆਖਦੇ ਆ, ਕਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਹੈ ਸਮਾਏ। ਬਾਣੀ ਗੁਰੂ ਦਾ ਉਪਦੇਸ਼ ਹੈ ਕਿ ਤੁਸੀਂ ਉਸ ਮਾਲਕ ਦੇ ਵਿੱਚ ਸਮਾ ਜਾਓ, ਤੁਹਾਨੂੰ ਉਹਦੇ ਵਿੱਚ ਅਭੇਦਤਾ ਪ੍ਰਾਪਤ ਹੋਵੇ। ਅਭੇਦਤਾ ਭਗਤੀ ਨਾਲ ਹੋਵੇਗੀ। ਭਗਤੀ ਕਰਨੀ ਹੈ ਚਾਅ ਨਾਲ। ਇੱਥੇ ਆਤਮ ਜੋ ਅੱਖਰ ਲਿਆ ਹੈ, ਆਤਮ ਅੱਖਰ ਹੈ ਮਨ ਵਾਸਤੇ। ਕਰਹਿ ਭਗਤ ਆਤਮ ਕੈ ਚਾਏ। ਜਦੋਂ ਵੀ ਅਸੀਂ ਨਾਮ ਜਪਣਾ ਹੈ, ਮਨ ਕਰਕੇ ਤਨ ਕਰਕੇ ਜਪਣਾ ਹੈ ਚਾਅ ਦੇ ਨਾਲ। ਚਾਅ ਦੇ ਨਾਲ, ਜ਼ਬਾਨ ਦੇ ਨਾਲ ਵਾਹਿਗੁਰੂ ਕਹਿਣਾ, ਤੇ ਚਾਅ ਦੇ ਨਾਲ, ਬਹੁਤ ਚਾਅ ਨਾਲ, ਸ਼ੌਂਕ ਦੇ ਨਾਲ। ਪਹਿਲਾਂ ਤੇ ਸ਼ੌਂਕ ਹੋਣਾ ਚਾਹੀਦਾ ਹੈ ਮਾਲਕ ਨੂੰ ਪਾਉਣ ਦਾ। ਜਿਸ ਤਰ੍ਹਾਂ ਸਾਨੂੰ ਸ਼ੌਂਕ ਹੈ ਕਿ ਮੇਰਾ ਸੋਹਣਾ ਘਰ ਬਣੇ, ਸਾਨੂੰ ਸ਼ੌਂਕ ਹੈ ਕਿ ਅਸੀਂ ਤਰੱਕੀ ਕਰੀਏ, ਸਾਨੂੰ ਸ਼ੌਂਕ ਹੈ ਸਾਨੂੰ ਮਾਣ ਵਡਿਆਈ ਮਿਲੇ, ਇਸੇ ਤਰ੍ਹਾਂ ਸ਼ੌਂਕ ਹੋਣਾ ਚਾਹੀਦਾ ਹੈ ਕਿ ਮੈਨੂੰ ਪਤੀ ਪਰਮੇਸ਼ਰ ਜਾਂ ਪਿਤਾ ਪਰਮੇਸ਼ਰ ਜਾਂ ਸੁਆਮੀ ਪਰਮੇਸ਼ਰ ਦਾ ਮਿਲਾਪ ਹੋਵੇ। ਜਦੋਂ ਅੰਦਰ ਸ਼ੌਂਕ ਹੋਵੇਗਾ ਪ੍ਰਭੂ ਪ੍ਰਾਪਤੀ ਦਾ, ਫਿਰ ਬੜੇ ਚਾਅ ਦੇ ਨਾਲ ਅਸੀਂ ਉਸ ਮਾਲਕ ਦੀ ਭਗਤੀ ਕਰ ਸਕਦੇ ਹਾਂ। ਜਿੰਨੇ ਸਮੇਂ ਤੱਕ ਚਾਅ ਨਹੀਂ ਬਣਦਾ, ਅਸੀਂ ਚਾਓ ਭਗਤੀ ਨਹੀਂ ਕਰਦੇ, ਓਨੇ ਸਮੇਂ ਤੱਕ ਉਸ ਮਾਲਕ ਪਿਤਾ ਦਾ ਮਿਲਾਪ ਨਹੀਂ ਹੋਵੇਗਾ। ਇਸ ਲਈ ਗੁਰੂ ਸਾਹਿਬ ਸਾਨੂੰ ਆਖਦੇ ਆ ਕਿ ਜਦੋਂ ਵੀ ਅਸੀਂ ਮਾਲਕ ਦਾ ਨਾਮ ਜਪਣਾ ਹੈ, ਜਦੋਂ ਵੀ ਜ਼ਬਾਨ ਨਾਲ ਵਾਹਿਗੁਰੂ ਸ਼ਬਦ ਕਹਿਣਾ ਹੈ, ਤੇ ਵਾਹਿਗੁਰੂ ਸ਼ਬਦ ਕਹਿਣਾ ਹੈ ਚਾਅ ਦੇ ਨਾਲ। ਠੀਕ ਹੈ, ਅਸੀਂ ਉਪਦੇਸ਼ ਪੜ੍ਹਦੇ ਹਾਂ, ਬਹੁਤ ਪੜ੍ਹਦੇ ਹਾਂ, ਪਰ ਉਪਦੇਸ਼ ਨੂੰ ਕਮਾ ਨਹੀਂ ਰਹੇ, ਉਪਦੇਸ਼ ਦਾ ਹੁਕਮ ਨਹੀਂ ਮੰਨਦੇ ਪਏ। ਕਿੰਨੇ ਸਾਲਾਂ ਤੋਂ ਉਪਦੇਸ਼ ਪੜ੍ਹਦੇ ਤੇ ਆ ਰਹੇ ਹਾਂ, ਪਰ ਸਤਿਗੁਰੂ ਨਹੀਂ ਮਿਲਿਆ। ਸਤਿਗੁਰ ਦਾ ਉਪਦੇਸ਼ ਤੇ ਬੇਸ਼ੱਕ ਸਾਨੂੰ ਮਿਲ ਗਿਆ ਹੈ, ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਆਪਣਾ ਰੂਹਾਨੀ ਉਪਦੇਸ਼ ਦੇ ਕੇ ਗਏ ਹਨ। ਇਸ ਉਪਦੇਸ਼ ਨੂੰ ਸਤਿਗੁਰੂ ਮੰਨ ਕੇ ਤੇ ਇਸ ਉਪਦੇਸ਼ ਦੇ ਹੁਕਮ ਨੂੰ ਜੇ ਕਮਾ ਲਈਏ ਤੇ ਫਿਰ ਸਤਿਗੁਰ ਦਾ ਮਿਲਾਪ ਹੋਵੇ। ਹੁਣ ਸਤਿਗੁਰ ਨੂੰ ਸਾਨੂੰ ਮਿਲਿਆ, ਅਸੀਂ ਬੇਸ਼ੱਕ ਕਿੰਨਾ ਆਖੀਏ ਸਾਨੂੰ ਸਤਿਗੁਰੂ ਮਿਲ ਗਿਆ, ਨਹੀਂ, ਸਤਿਗੁਰ ਦਾ ਉਪਦੇਸ਼ ਮਿਲਿਆ ਹੈ ਸਾਨੂੰ, ਸਤਿਗੁਰੂ ਨਹੀਂ ਮਿਲਿਆ। ਵੇਖੋ, ਜੇ ਸਤਿਗੁਰੂ ਮਿਲਿਆ ਹੁੰਦਾ ਤੇ ਫਿਰ ਆਨੰਦ ਮਿਲਦਾ, ਫਿਰ ਸਾਡੇ ਜੀਵਨ ਦੇ ਵਿੱਚ ਆਨੰਦ ਹੁੰਦਾ, ਖੁਸ਼ੀ ਹੁੰਦੀ। ਧੰਨ ਗੁਰੂ ਅਮਰਦਾਸ ਪਿਤਾ ਦੀ ਆਪਾਂ ਬਾਣੀ ਪੜ੍ਹਦੇ ਹਾਂ, ਆਨੰਦ ਸਾਹਿਬ ਸਤਿਗੁਰੂ ਪਹਿਲੀ ਪੰਕਤੀ ਵਿੱਚ ਲੈ ਕੇ ਗਏ ਹਨ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਿਸ ਦਿਨ ਸਤਿਗੁਰੂ ਮਿਲ ਜਾਵੇਗਾ, ਸਾਡੇ ਜੀਵਨ ਦੇ ਵਿੱਚ ਦੁੱਖ ਨਹੀਂ ਰਹਿਣਗੇ, ਸਾਡੇ ਜੀਵਨ ਦੇ ਵਿੱਚ ਕੋਈ ਰੋਗ ਨਹੀਂ ਰਹੇਗਾ, ਸਾਡੇ ਜੀਵਨ ਦੇ ਵਿੱਚ ਕੋਈ ਦੁੱਖ ਤਕਲੀਫ ਨਹੀਂ ਰਹੇਗੀ। ਸਾਡੇ ਆਪਸੀ ਕਲੇਸ਼ ਜਿਹੜੇ ਹਨ ਉਹ ਖਤਮ ਹੋ ਜਾਣਗੇ। ਜਦੋਂ ਅਸੀਂ ਚਾਅ ਦੇ ਨਾਲ ਭਗਤੀ ਕਰਦੇ ਹਾਂ, ਚਾਓ ਭਗਤੀ ਕਰਨ ਦੇ ਨਾਲ ਸਭ ਤੋਂ ਪਹਿਲਾਂ ਹਉਮੈ ਦੂਰ ਹੁੰਦੀ ਹੈ। ਹਉਮੈ ਕਰਕੇ ਸਰੀਰ ਨੂੰ ਸਾਰੇ ਦੁੱਖ ਲੱਗਦੇ ਹਨ, ਕਿਉਂਕਿ
ਬਾਬਾ ਜੀ ਨੇ ਬਾਣੀ ਵਿੱਚ ਆਖਿਆ ਹੈ, ਹਉਮੈ ਦੀਰਘ ਰੋਗ ਹੈ। ਸਭ ਤੋਂ ਵੱਡਾ ਰੋਗ ਹੈ ਹਉਮੈ ਦਾ। ਹਉਮੈ ਕਰਕੇ ਸਾਡੇ ਸਰੀਰ ਨੂੰ, ਸਾਡੇ ਮਨ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਹਨ। ਹਉਮੈ ਕਰਕੇ ਅਸੀਂ ਦੁੱਖ ਭੋਗਦੇ ਹਾਂ, ਹਉਮੈ ਕਰਕੇ ਸੰਤਾਪ ਭੋਗਦੇ ਹਾਂ, ਹਉਮੈ ਕਰਕੇ ਕਲ ਕਲੇਸ਼ ਹੈ, ਹਉਮੈ ਕਰਕੇ ਸਮਾਜ ਦੇ ਵਿੱਚ ਝਗੜੇ ਹਨ, ਹਉਮੈ ਕਰਕੇ ਸਰਹੱਦਾਂ ਬਣ ਗਈਆਂ, ਹਉਮੈ ਕਰਕੇ ਇੱਕ ਦੂਜੇ ਦੇ ਵੈਰੀ ਬਣੇ ਆ। ਫਿਰ ਵੀ ਆਖਦੇ ਹਾਂ ਸਾਡੇ ਕੋਲ ਸਤਿਗੁਰੂ ਹੈ। ਨਹੀਂ, ਸਤਿਗੁਰੂ ਨਹੀਂ ਹੈ ਤੁਹਾਡੇ ਕੋਲ। ਜੇ ਤੁਹਾਡੇ ਕੋਲ ਤੁਹਾਡੇ ਜੀਵਨ ਦੇ ਵਿੱਚ ਸਤਿਗੁਰੂ ਹੁੰਦਾ, ਫਿਰ ਆਨੰਦ ਹੁੰਦਾ। ਸਾਹਿਬ ਨੇ ਆਖਿਆ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹੁਣ ਮੇਰੇ ਜੀਵਨ ਦੇ ਵਿੱਚ ਆਨੰਦ ਆ ਗਿਆ ਹੈ। ਕਿਉਂ? ਕਿਉਂਕਿ ਮੈਨੂੰ ਸਤਿਗੁਰੂ ਮਿਲ ਗਿਆ। ਸਤਿਗੁਰੂ ਮਿਲਿਆ ਕਿਸ ਤਰ੍ਹਾਂ? ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਜਦੋਂ ਚਾਅ ਦੇ ਨਾਲ ਉਹਦੀ ਭਗਤੀ ਕੀਤੀ, ਉਹਦੇ ਨਾਮ ਦਾ ਚਿੰਤਨ ਕੀਤਾ, ਤੇ ਸਹਿਜ ਦੇ ਵਿੱਚ ਬੜੇ ਸੌਖੇ ਤਰੀਕੇ ਨਾਲ ਉਹ ਮਿਲ ਗਿਆ। ਹੈ ਰਸਤਾ ਬਹੁਤ ਔਖਾ, ਰਸਤੇ ਵਿੱਚ ਤੰਗੀ ਬਹੁਤ ਹੈ, ਕਿਉਂਕਿ ਕਾਲ ਨੇ, ਮਾਇਆ ਨੇ ਜਾਲ ਬਹੁਤ ਖਿਲਾਰਿਆ ਅੰਦਰ। ਮਾਇਆ ਤੇ ਕਾਲ ਨਹੀਂ ਚਾਹੁੰਦਾ ਕਿ ਤੁਸੀਂ ਉਸ ਮਾਲਕ ਨੂੰ ਮਿਲੋ। ਬਹੁਤ ਰੁਕਾਵਟ ਖੜੀ ਕਰਦਾ ਹੈ। ਤੁਸੀਂ ਨਾਮ ਦੇ ਵਿੱਚ ਜਦੋਂ ਭਜਨ ਦੇ ਵਿੱਚ ਬੈਠੋਗੇ, ਮਨ, ਮਾਇਆ ਨੇ ਤੇ ਕਾਲ ਨੇ ਤੁਹਾਡੇ ਮਾਰਗ ਵਿੱਚ ਬਹੁਤ ਰੁਕਾਵਟ ਪਾਉਣੀ। ਤੁਹਾਨੂੰ ਬੈਠਣ ਨਹੀਂ ਦੇਵੇਗਾ। ਕਦੇ ਸਿਰ 'ਚ ਖੁਰਕ, ਕਦੇ ਕੰਨ ਵਿੱਚ ਖੁਰਕ, ਕਦੇ ਪੈਰਾਂ 'ਤੇ, ਕਦੇ ਲੱਕ ਦੁਖੇਗਾ, ਕਦੇ ਲੱਤਾਂ ਦੁਖ ਜਾਣਗੀਆਂ, ਕਦੇ ਸਰੀਰ ਥੱਕ ਜਾਵੇਗਾ, ਕਦੀ ਵਾਸੀਆਂ ਆਈ ਜਾਣਗੀਆਂ, ਕਦੀ ਵਾਸੀਆਂ ਆਉਣਗੀਆਂ, ਕਦੇ ਥਕਾਵਟ ਹੋਵੇਗੀ। ਫਿਰ ਮਨ ਆਖੇਗਾ ਬਸ ਕਰ, ਬਹੁਤ ਹੋ ਗਿਆ ਹੈ, ਅੱਧਾ ਘੰਟਾ ਤੇ ਹੋ ਗਿਆ ਹੈ, ਹੁਣ ਲੰਮੇ ਪੈ ਜਾ, ਥੱਕ ਗਿਆ ਤੂੰ, ਸਾਰੀ ਉਮਰ ਪਈ ਹੈ, ਫਿਰ ਜਪ ਲਈ, ਸ਼ਾਮ ਨੂੰ ਫਿਰ ਜਪ ਲਈ। ਅੰਦਰ ਬੈਠਾ ਜਿਹੜਾ ਮਨ ਹੈ, ਜਿਹੜਾ ਕਾਲ ਹੈ, ਉਹ ਸਲਾਹ ਦੇਈ ਜਾਂਦਾ ਹੈ ਕਿ ਬਸ ਕਰ, ਬਹੁਤ ਹੋ ਗਿਆ ਹੈ। ਇਹਦਾ ਕੰਮ ਹੈ, ਇਹਦੀ ਡਿਊਟੀ ਹੈ, ਤੁਹਾਨੂੰ ਰੋਕਣਾ ਹੈ। ਸਤਿਗੁਰ ਦੀ ਡਿਊਟੀ ਹੈ, ਤੁਹਾਨੂੰ ਮਿਲਾਉਣਾ ਹੈ। ਇਸ ਲਈ ਰਸਤਾ ਤੇ ਹੈ ਬਹੁਤ ਤੰਗੀ ਵਾਲਾ, ਬਹੁਤ ਗੁੰਝਲਦਾਰ ਇਹ ਮਾਰਗ ਹੈ। ਗੁੰਝਲਦਾਰ, ਸਮਝ ਨਹੀਂ ਆਉਂਦੀ। ਪਰ ਜਦੋਂ ਸਾਡੇ ਜੀਵਨ ਦੇ ਵਿੱਚ ਸਤਿਗੁਰੂ ਹੋਣਗੇ, ਤੇ ਫਿਰ ਸ੍ਰੀ ਗੁਰੂ ਅਮਰਦਾਸ ਜੀ ਆਖਦੇ ਆ ਕਿ ਸਹਿਜ ਦੇ ਨਾਲ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਸਤਿਗੁਰੂ ਮਿਲ ਜਾਵੇਗਾ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਈਆਂ। ਫਿਰ ਤੁਹਾਡੇ ਮਨ ਵਿੱਚ ਵਧਾਈਆਂ ਵੱਜਣਗੀਆਂ। ਵਧਾਈਆਂ ਆਖਦੇ ਹਨ ਖੁਸ਼ੀਆਂ, ਖੁਸ਼ੀ ਦੀ ਕੋਈ ਹੱਦ ਨਹੀਂ ਰਹੇਗੀ। ਉਦੋਂ ਫਿਰ ਇਹ ਵੈਰ ਵਿਰੋਧ ਵਾਲੀ ਭਾਵਨਾ, ਇੱਕ ਦੂਜੇ ਨਾਲ ਰੋਸੇ ਗਿਲੇ ਕਰਨੇ, ਇਹ ਸਾਰਾ ਕੁਝ ਖਤਮ ਹੋ ਜਾਂਦਾ ਹੈ। ਜਿਸ ਬਾਬਤ ਪਾਤਸ਼ਾਹ ਨੇ ਆਖਿਆ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਸਾਧੂ ਦੇ ਕੋਲ ਆ ਕੇ ਵੀ, ਸਾਧੂ ਕੌਣ? ਗੁਰੂ ਗ੍ਰੰਥ। ਤੁਸੀਂ ਕਹਿੰਦੇ ਹੋ ਕਿ ਗੁਰੂ ਗ੍ਰੰਥ ਸਾਡਾ ਗੁਰੂ ਹੈ, ਫਿਰ ਇਹਦੇ ਕੋਲ ਪਹੁੰਚਣ ਦੇ ਬਾਵਜੂਦ ਵੀ ਮਨ ਵਿੱਚ ਇਹ ਚੀਜ਼ ਹੈ, ਉਹ ਤੇ ਮੇਰਾ ਵੈਰੀ ਹੈ, ਉਹ ਤੇ ਪਰਾਇਆ ਹੈ, ਇਹ ਸਾਡੇ ਆਪਣੇ ਨਹੀਂ ਹਨ, ਬਗਾਨੇ ਹਨ ਸਾਡੇ। ਤੇ ਪਾਤਸ਼ਾਹ ਨੇ ਆਖਿਆ ਕਿ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ। ਸਗਲ ਸੰਗ ਹਮ ਕੋ ਬਨ ਆਈ, ਸਭ ਕੋ ਮੀਤ ਹਮ ਆਪਨ ਕੀਨਾ। ਹਮ ਸਭਨਾ ਕੇ ਸਾਜਨ ਦੂਰ ਪਰਾਇਓ, ਮਨ ਕਾ ਬਿਰਹਾ। ਅਗਲੇ ਪੰਕਤੀ ਵਿੱਚ ਆਖਿਆ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਜਿੰਨੇ ਸਮੇਂ ਤੱਕ ਸਤਿਗੁਰ ਦੇ ਨਾਲ ਮਿਲਾਪ ਨਹੀਂ ਹੁੰਦਾ, ਸੱਜਣ ਸਤਿਗੁਰ ਨਹੀਂ ਮਿਲਦਾ, ਜੀਵਨ ਵਿੱਚ ਆਨੰਦ ਨਹੀਂ ਆਵੇਗਾ।
ਵੈਰ ਵਿਰੋਧ, ਤਾਤ ਪਰਾਈ, ਬੇਗਾਨਾ ਆਪਣਾ, ਤਾਤ ਪਰਾਈ, ਇਹ ਚੀਜ਼ਾਂ ਦੂਰ ਨਹੀਂ ਹੋਣਗੀਆਂ। ਤੇ ਸੱਚਾਈ ਇਹ ਹੈ, ਕਈ ਸਾਲਾਂ ਤੋਂ ਬਾਣੀ ਪੜ੍ਹੀ ਜਾ ਰਹੇ ਹਾਂ ਪਰ ਸਤਿਗੁਰੂ ਨਹੀਂ ਮਿਲਿਆ। ਜੇ ਮਿਲਿਆ ਹੁੰਦਾ ਤੇ ਜੀਵਨ ਦੇ ਵਿੱਚ ਆਨੰਦ ਹੁੰਦਾ, ਜੀਵਨ ਦੇ ਵਿੱਚ ਖੁਸ਼ੀ ਹੁੰਦੀ, ਜੀਵਨ ਦੇ ਵਿੱਚ ਤਾਤ ਪਰਾਈ ਨਾ ਹੁੰਦੀ, ਸਗੋਂ ਇਹ ਹੁੰਦਾ ਕਿ ਸਾਰੇ ਮੇਰੇ ਆਪਣੇ ਹਨ, ਮੇਰੇ ਮਿੱਤਰ ਹਨ ਸਾਰੇ ਸਾਰੇ। ਇਸ ਲਈ ਸਾਹਿਬ ਆਖਦੇ ਆ ਕਿ ਭਗਤੀ ਜਦੋਂ ਵੀ ਕਰੀਏ ਤੇ ਚਾਅ ਦੇ ਨਾਲ ਭਗਤੀ ਕਰਨੀ ਹੈ। ਜਦੋਂ ਆਪਾਂ ਬਾਬਾ ਫਰੀਦ ਜੀ ਦਾ ਜੀਵਨ ਪੜ੍ਹਦੇ ਹਾਂ ਨਾ, ਉਹਨਾਂ ਦਾ ਜੀਵਨ ਕਾਲ ਪੜ੍ਹ ਕੇ ਵੇਖੋ, ਉਹਨਾਂ ਨੇ ਜਿੰਨੀ ਵੀ ਤਪੱਸਿਆ, ਜਿੰਨਾ ਵੀ ਤਪ ਕੀਤਾ ਹੈ, ਬਹੁਤ ਔਖੇ ਹੋ ਕੇ ਕੀਤਾ ਹੈ। ਪਤਾ ਕਿਉਂ? ਕਿਉਂਕਿ ਗੁਰੂ ਨਹੀਂ ਸੀ ਮਿਲਿਆ। ਜਦੋਂ ਗੁਰੂ ਮਿਲ ਗਿਆ ਫਿਰ ਆਖਿਆ ਇਹ ਤੇ ਮਾਰਗ ਬਹੁਤ ਸੌਖਾ ਹੈ। ਗੁਰੂ ਤੋਂ ਬਗੈਰ ਤੰਗੀ ਹੈ, ਗੁਰੂ ਤੋਂ ਬਗੈਰ ਇਹ ਮਾਰਗ ਬਹੁਤ ਕਠਿਨ ਹੈ। ਗੁਰੂ ਤੋਂ ਬਗੈਰ ਕਈ ਸਾਲਾਂ ਤੱਕ ਭਗਤੀ ਕਰਦੇ ਰਹੇ, ਜੰਗਲਾਂ ਵਿੱਚ ਰਹੇ, ਪੱਤੇ ਖਾ ਕੇ ਗੁਜ਼ਾਰਾ ਕੀਤਾ, ਖੂਹ ਦੇ ਵਿੱਚ ਪੁੱਠੇ ਲਟਕੇ, ਕਿੰਨੇ ਔਖੇ ਤੋਂ ਔਖੇ ਸਾਧਨ ਕੀਤੇ, ਨਹੀਂ ਮਿਲਿਆ। ਰਿੱਧ ਸਿੱਧ ਤੇ ਮਿਲ ਗਈ ਹੈ ਪਰ ਮਾਲਕ ਸੁਆਮੀ ਪਿਤਾ ਪਰਮੇਸ਼ਰ ਨਹੀਂ ਮਿਲਿਆ। ਮਾਤਾ ਰੰਗ ਰਤੜੀ ਦਾ ਸੰਗ ਮਿਲਿਆ, ਉਹਨੇ ਰਸਤਾ ਵਿਖਾਇਆ ਕਿ ਗੁਰੂ ਤੋਂ ਬਗੈਰ ਹੀ ਭਗਤੀ ਕਰੀ ਜਾਂਦਾ। ਜਿਹਨੂੰ ਪਾਉਣਾ ਚਾਹੁੰਦਾ ਹੈ, ਜਿਹਨੂੰ ਪਾਉਣ ਵਾਸਤੇ ਨਿਕਲ ਆਏ, ਉਹ ਮਿਲੇਗਾ ਨਹੀਂ। ਮਿਲੇਗਾ ਉਦੋਂ ਜਦੋਂ ਸਤਿਗੁਰੂ ਤੇਰੇ ਜੀਵਨ ਦੇ ਵਿੱਚ ਹੋਵੇਗਾ। ਸਤਿਗੁਰੂ ਹੈ ਤੇਰੇ ਕੋਲ। ਬਾਬਾ ਫਰੀਦ ਜੀ ਆਖਣ ਲੱਗੇ, ਨਹੀਂ, ਮੇਰੀ ਮਾਂ ਨੇ ਆਖਿਆ ਕਿ ਅੱਲਾ ਦੀ ਭਗਤੀ ਕਰ, ਤੈਨੂੰ ਬੜਾ ਕੁਝ ਮਿਲੇਗਾ। ਮੈਂ ਤੇ ਮਾਂ ਦਾ ਕਹਿਣਾ ਮੰਨ ਕੇ ਭਗਤੀ ਕਰਦਾ। ਠੀਕ ਹੈ, ਮਾਂ ਨੇ ਤੈਨੂੰ ਰਾਹ ਵਿਖਾਇਆ ਹੈ, ਪਰ ਉਹ ਜੋ ਅੰਦਰ ਆਤਮਿਕ ਪੜਾਅ, ਰੂਹਾਨੀ ਮੰਜ਼ਲਾਂ ਹਨ, ਉਸ ਰਸਤੇ ਤੇ ਤੈਨੂੰ ਸਤਿਗੁਰੂ ਹੀ ਪਾ ਸਕਦਾ ਹੈ। ਇਸ ਲਈ ਸਾਹਿਬ ਸਾਨੂੰ ਆਖਦੇ ਆ ਕਿ ਭਗਤੀ ਜਦੋਂ ਵੀ ਕਰਨੀ ਹੈ ਤੇ ਚਾਅ ਦੇ ਨਾਲ ਭਗਤੀ ਕਰਨੀ ਹੈ, ਚਾਅ ਦੇ ਨਾਲ। ਜਦੋਂ ਚਾਅ ਦੇ ਨਾਲ ਭਗਤੀ ਕਰਾਂਗੇ, ਚਾਅ ਨਾਲ ਭਗਤੀ ਇਸ ਢੰਗ ਨਾਲ, ਜਦੋਂ ਆਪਾਂ ਬੈਠੀਏ, ਜ਼ਬਾਨ ਕਹੇ ਵਾਹਿਗੁਰੂ ਤੇ ਮਨ ਵੀ ਕਹੇ ਵਾਹਿਗੁਰੂ, ਤੁਹਾਡੇ ਮਨ ਵਿੱਚ ਪੁਕਾਰ ਹੋਵੇ, ਆਤਮਾ ਪੁਕਾਰ ਕਰੇ ਕਿ ਮੈਨੂੰ ਮਿਲ, ਮੈਂ ਤੈਨੂੰ ਵੇਖਣਾ ਚਾਹੁੰਦਾ। ਬੇਸ਼ੱਕ ਤੂੰ ਮੇਰੇ ਕੋਲ ਹੈ, ਬਿਲਕੁਲ ਹੱਥਾਂ ਪੈਰਾਂ ਤੋਂ ਵੀ ਤੂੰ ਮੇਰੇ ਨੇੜੇ ਹੈ, ਮੇਰੇ ਨਾਲ ਹੀ ਬੈਠਾ ਹੈ, ਪਰ ਮੈਂ ਤੈਨੂੰ ਵੇਖ ਨਹੀਂ ਸਕਦਾ। ਜਦੋਂ ਨਾਮ ਜਪਣਾ ਹੈ, ਤੁਹਾਡੇ ਨਾਮ ਦੇ ਵਿੱਚ ਪੁਕਾਰ ਹੋਵੇ ਕਿ ਮੈਂ ਤੈਨੂੰ ਵੇਖਣਾ ਚਾਹੁੰਦਾ, ਤੂੰ ਮੇਰੇ ਲਾਗੇ ਤੇ ਹੈ, ਫਿਰ ਮੈਨੂੰ ਨਜ਼ਰ ਕਿਉਂ ਨਹੀਂ ਆਉਂਦਾ। ਜੋ ਇਹ ਪਰਦਾ ਤੇਰੇ ਤੇ ਮੇਰੇ ਵਿਚਕਾਰ ਹੈ, ਉਹ ਪਰਦਾ ਤੂੰ ਪਾਸੇ ਕਰਨਾ ਹੈ, ਮੈਂ ਨਹੀਂ ਕਰ ਸਕਦਾ। ਮੈਨੂੰ ਤੇ ਬਸ ਇੰਨਾ ਹੁਕਮ ਹੈ ਕਿ ਮੈਂ ਤੇਰਾ ਨਾਮ ਲੈਣਾ ਹੈ, ਤੈਨੂੰ ਪੁਕਾਰਨਾ ਹੈ। ਇਸ ਲਈ ਬਹੁਤਾ ਉੱਚੀ ਜਪਣ ਦੀ ਲੋੜ ਨਹੀਂ, ਕਿਉਂਕਿ ਅੰਦਰ ਹੀ ਤੇ ਬੈਠਾ ਹੈ। ਉਹ ਬੋਲਾ ਥੋੜ੍ਹਾ ਹੈ, ਸੁਣਦਾ ਹੈ, ਆਤਮਾ ਦੀ ਪੁਕਾਰ ਸੁਣਦਾ ਹੈ, ਮਨ ਦੀ ਪੁਕਾਰ ਸੁਣਦਾ ਹੈ। ਭਾਵੇਂ ਜ਼ਬਾਨ ਦੇ ਨਾਲ ਵੀ ਨਾ ਕਹੀਏ ਵਾਹਿਗੁਰੂ, ਜੇ ਮਨ ਕਹੇਗਾ ਤਾਂ ਵੀ ਸੁਣ ਲਵੇਗਾ, ਪਰ ਫਿਰ ਮਨ ਤੱਕ ਭੇਜਣ ਵਾਸਤੇ ਪਹਿਲਾਂ ਜ਼ਬਾਨ ਦੇ ਨਾਲ ਕਹਿਣਾ ਪੈਂਦਾ ਹੈ। ਜਦੋਂ ਪਹਿਲਾਂ ਜ਼ਬਾਨ ਨਾਲ ਕਵਾਂਗੇ, ਫਿਰ ਮਨ ਵਿੱਚ ਬੈਠੇਗਾ, ਫਿਰ ਆਤਮਾ ਤੱਕ ਇਹ ਨਾਮ ਜਾਵੇਗਾ। ਜਦੋਂ ਆਤਮਾ ਪੁਕਾਰ ਕਰੇਗੀ, ਫਿਰ ਉਹ ਮਿਲ ਪਵੇਗਾ। ਉਹਨੂੰ ਲੱਭਣਾ ਨਹੀਂ ਹੈ, ਸਿਰਫ ਉਹਨੂੰ ਪਾਉਣਾ ਹੈ। ਲੱਭਣਾ ਉਹਨੂੰ ਲੱਭੀਦਾ ਜਿਹੜਾ ਗਵਾਚਿਆ ਹੋਵੇ। ਉਹ ਗਵਾਚਿਆ ਨਹੀਂ ਹੈ, ਗਵਾਚੇ ਅਸੀਂ ਫਿਰਦੇ ਹਾਂ। ਸਿਰਫ ਉਹਨੂੰ ਪਾਉਣਾ ਹੈ, ਉਹਦੇ ਨਾਲ ਮਿਲਾਪ ਕਰਨਾ ਹੈ, ਉਹਦੇ ਅੱਗੇ ਪੁਕਾਰ ਕਰਨੀ ਹੈ ਕਿ ਮੈਨੂੰ ਮਿਲ, ਮਿਲ ਮੇਰੇ ਗੋਬਿੰਦ, ਮੈਨੂੰ ਮਿਲ, ਮਿਲ ਮੇਰੇ ਪ੍ਰੀਤਮਾ ਜੀਓ, ਮੈਨੂੰ ਮਿਲੋ, ਮੇਰੇ ਨਾਲ ਮਿਲਾਪ ਕਰੋ, ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਬਸ ਇਹਨੂੰ ਚਾਅ ਆਖਦੇ ਆ, ਇਹਨੂੰ ਸ਼ੌਂਕ ਆਖਦੇ ਆ।